स्टूडेंट्स वेलकम बैक टू माय यूट्यूब चैनल। ਅੱਜ ਅਸੀਂ ਜਿਹੜਾ ਟੌਪਿਕ ਕਰਨ ਜਾ ਰਹੇ ਹਾਂ ਉਹ ਸਟੇਟ ਆਫ ਇੰਡੀਅਨ ਇਕੋਨਮੀ ਔਨ ਦਾ ਈਵ ਆਫ ਇੰਡੀਪੈਂਡੈਂਸ, ਯਾਨੀ ਇੰਡੀਅਨ ਇਕੋਨਮੀ ਦਾ ਫਰਸਟ ਚੈਪਟਰ ਅਸੀਂ ਕਰਨ ਜਾ ਰਹੇ ਹਾਂ ਸਟੇਟ ਆਫ ਇੰਡੀਅਨ ਇਕੋਨਮੀ ਔਨ ਦਾ ਈਵ ਆਫ ਇੰਡੀਪੈਂਡੈਂਸ। ਕਿ ਆਪਣੀ ਇੰਡੀਅਨ ਇਕੋਨਮੀ ਦੀ ਉਸ ਸਮੇਂ ਕੀ ਸਥਿਤੀ ਸੀ, ਉਸ ਸਮੇਂ ਕੀ ਸਟੇਟ ਸੀ ਐਟ ਦ ਟਾਈਮ ਆਫ ਇੰਡੀਪੈਂਡੈਂਸ, ਵੀ ਇੰਡੀਪੈਂਡੈਂਸ ਦੇ ਟਾਈਮ 'ਤੇ ਆਪਣੀ ਇੰਡੀਅਨ ਇਕੋਨਮੀ ਕਿੱਥੇ ਕਿਸ ਪੋਜੀਸ਼ਨ 'ਤੇ ਖੜੀ ਸੀ। ਤਾਂ ਸਭ ਤੋਂ ਪਹਿਲਾਂ ਆਪਾਂ ਬੇਸਿਕ ਇੰਟਰੋਡਕਸ਼ਨ ਕਰਾਂਗੇ। ਅੱਜ ਅਸੀਂ ਪਾਰਟ 1 ਵਿੱਚ ਕਿਹੜੇ ਟੌਪਿਕ ਪੜ੍ਹਾਂਗੇ ਉਹ ਵੀ ਮੈਂ ਤੁਹਾਨੂੰ ਦੱਸੂੰਗਾ। ਬੇਸਿਕ ਇੰਟਰੋਡਕਸ਼ਨ ਵਿੱਚ ਕੀ ਹੈ, ਕਹਿੰਦੇ 2000 ਈਅਰਸ ਬ੍ਰਿਟਿਸ਼ਰਸ ਰੂਲਡ ਓਵਰ ਆਵਰ ਇੰਡੀਆ। ਕਹਿੰਦੇ 2000 ਸਾਲ ਪਹਿਲਾਂ ਬ੍ਰਿਟਿਸ਼ਰਸ ਨੇ ਆਪਣੀ ਇੰਡੀਆ 'ਤੇ ਰੂਲ ਕੀਤਾ ਸੀ, ਠੀਕ ਹੈ। ਅਤੇ ਉਹਨਾਂ ਦਾ ਮੇਨ ਮਕਸਦ ਕੀ ਸੀ ਰੂਲ ਕਰਨ ਦਾ, ਉਹਨਾਂ ਦਾ ਕੀ ਮੇਨ ਪ੍ਰਿੰਸੀਪਲ ਸੀ ਰੂਲ ਕਰਨ ਦਾ। ਇੱਕ ਤਾਂ ਕੀ ਹੈ, ਟੂ ਫੈਚ ਅਪ ਰॉ ਮਟੀਰੀਅਲ ਆਫ ਇੰਡੀਆ, ਠੀਕ ਹੈ। ਉਹ ਕੀ ਹੈ, ਰॉ ਮਟੀਰੀਅਲ ਸੀ ਜਿਹੜਾ ਇੰਡੀਆ ਦਾ, ਉਹ ਖੋਣਾ ਚਾਹੁੰਦੇ ਸੀ, ਫੈਚਅਪ ਕਰਨਾ ਚਾਹੁੰਦੇ ਸੀ ਤਾਂ ਕਿ ਉਹੀ ਰॉ ਮਟੀਰੀਅਲ ਨੂੰ ਕੀ ਉਹ ਫੋਰਨ ਇੰਡਸਟਰੀਜ਼ ਵਿੱਚ ਯੂਜ਼ ਕਰ ਸਕਣ, ਠੀਕ ਹੈ। ਸੈਕਿੰਡ ਕੀ ਸੀ, ਟੂ ਸੋਲ ਦੇਅਰ ਫੋਰਨ ਪ੍ਰੋਡਕਟਸ ਇਨ ਇੰਡੀਅਨ ਮਾਰਕੀਟ। ਜਿਹੜੀ ਉਹ ਫੋਰਨ ਇੰਡਸਟਰੀਜ਼ ਵਿੱਚ ਆਪਣਾ ਰॉ ਮਟੀਰੀਅਲ ਯੂਜ਼ ਕਰਕੇ ਪ੍ਰੋਡਕਟਸ ਬਣਾ ਰਹੇ ਸੀ, ਉਹਨਾਂ ਪ੍ਰੋਡਕਟਸ ਨੂੰ ਇੰਡੀਅਨ ਮਾਰਕੀਟਸ ਵਿੱਚ ਸੈਲ ਕਰਨਾ ਚਾਹੁੰਦੇ ਸੀ। ਇਸ ਕਰਕੇ ਉਹਨਾਂ ਨੇ ਕੀ ਆਪਣੇ ਬ੍ਰਿਟਿਸ਼ਰਸ ਨੇ ਇੰਡੀਅਨ 'ਤੇ ਰੂਲ ਕੀਤਾ ਸੀ। ਅਤੇ ਆਪਣਾ ਇੰਡੀਆ ਕੀ ਹੈ 15 ਅਗਸਤ 1947 ਨੂੰ ਕੀ ਹੋਇਆ ਸੀ, ਇੰਡੀਪੈਂਡੈਂਟ ਹੋਇਆ ਸੀ ਫਰੋਮ ਬ੍ਰਿਟਿਸ਼ਰਸ, ਠੀਕ ਹੈ। ਅਤੇ ਉਸੇ ਟਾਈਮ 'ਤੇ ਪਾਕਿਸਤਾਨ ਅਤੇ ਇੰਡੀਆ ਦੀ ਕੀ ਹੋ ਗਈ ਸੀ, ਪਾਰਟੀਸ਼ਨ ਵੀ ਹੋ ਗਈ ਸੀ, ਠੀਕ ਹੈ। ਉਸ ਟਾਈਮ 'ਤੇ ਆਪਣੀ ਇੰਡੀਆ ਦੀ ਕੀ ਸਥਿਤੀ ਸੀ, ਕੀ ਸਟੇਟ ਸੀ ਜਦੋਂ ਆਪਣਾ ਇੰਡੀਆ ਬ੍ਰਿਟਿਸ਼ਰਸ ਨੇ ਆਪਣਾ ਇੰਡੀਆ ਛੱਡਿਆ, ਜਾਂ ਫਿਰ ਆਪਣੀ ਪਾਕਿਸਤਾਨ ਨਾਲ ਜਦੋਂ ਪਾਰਟੀਸ਼ਨ ਹੋਈ ਉਸ ਟਾਈਮ 'ਤੇ ਆਪਣੀ ਕੀ ਸਾਰੀ ਸਥਿਤੀ ਬਣੀ, ਆਪਾਂ ਉਹ ਚੈਪਟਰ ਵਿੱਚ ਰੀਡ ਕਰਾਂਗੇ। ਤਾਂ ਕਿਹੜੇ ਟੌਪਿਕਸ ਆਪਾਂ ਡਿਸਕਸ ਕਰਾਂਗੇ। ਇੱਕ ਤਾਂ ਆਪਾਂ ਨੇਚਰ ਦੇਖਾਂਗੇ, ਜਾਂ ਫਿਰ ਆਪਾਂ ਦੇਖਾਂਗੇ ਉਦੋਂ ਇੰਡੀਅਨ ਇਕੋਨਮੀ ਨੂੰ ਕਿਹੜੇ ਕੈਟੇਗਰੀਜ਼ ਵਿੱਚ ਡਿਵਾਈਡ ਕੀਤਾ ਗਿਆ। ਦੂਸਰਾ ਦੇਖਾਂਗੇ ਕਿ ਉਸ ਟਾਈਮ 'ਤੇ ਕਿਹੜੇ ਮੇਨ ਇਕਨੋਮਿਕ ਐਕਟੀਵਿਟੀਜ਼ ਯੂਜ਼ ਕੀਤੀਆਂ ਜਾਂਦੀਆਂ ਸੀ, ਵੀ ਉਸ ਟਾਈਮ 'ਤੇ ਕਿਹੜੇ ਮੇਨ ਇਕਨੋਮਿਕ ਐਕਟੀਵਿਟੀਜ਼ ਸੀ ਜਿਹੜੀਆਂ ਮੇਨ ਕੀਤੀਆਂ ਜਾਂਦੀਆਂ ਸੀ। ਲੋਕ ਆਪਣੀ ਸੋਰਸ ਆਫ ਇਨਕਮ ਲਈ ਉਹ ਐਕਟੀਵਿਟੀਜ਼ ਨੂੰ ਕਰਦੇ ਸੀ, ਅਤੇ ਉਹਨਾਂ ਦੀ ਉਹੀ ਇਕਨੋਮਿਕ ਐਕਟੀਵਿਟੀਜ਼ ਦੀ ਉਸ ਟਾਈਮ 'ਤੇ ਕੰਡੀਸ਼ਨਸ ਗੁੱਡ ਸੀ ਜਾਂ ਪੂਅਰ ਸੀ, ਉਹ ਵੀ ਆਪਾਂ ਦੇਖਾਂਗੇ। ਅਤੇ ਕੀ ਫੀਚਰਸ ਨਿਕਲੇ ਇੰਡੀਅਨ ਇਕੋਨਮੀ ਦੇ ਐਟ ਦਾ ਈਵ ਆਫ ਇੰਡੀਪੈਂਡੈਂਸ, ਵੀ ਜਿਹੜੀ ਐਟ ਦਾ ਈਵ ਆਫ ਇੰਡੀਪੈਂਡੈਂਸ ਦਾ ਮਤਲਬ ਹੈ ਵੀ ਕਿਹੜੇ ਉਹਦੇ ਫੀਚਰਸ ਆਏ ਇੰਡੀਪੈਂਡੈਂਸ ਦੇ ਟਾਈਮ 'ਤੇ। ਫਸਟ ਟੌਪਿਕ ਹੈ ਨੇਚਰ ਔਰ ਕੈਟੇਗਰਾਈਜੇਸ਼ਨ ਆਫ ਇੰਡੀਅਨ ਇਕੋਨਮੀ, ਵੀ ਉਹਦਾ ਕੀ ਨੇਚਰ ਸੀ, ਉਹਦੀ ਕਿੰਨੀਆਂ ਕੈਟੇਗਰੀਜ਼ ਸੀ ਇੰਡੀਅਨ ਇਕੋਨਮੀ ਦੀਆਂ ਉਸ ਟਾਈਮ 'ਤੇ। ਕਹਿੰਦੇ MP ਟਡਾਰੋ ਜੀ, ਇੱਥੇ ਮੈंने ਲਿਖਿਆ ਨਹੀਂ ਵੈਸੇ, MP ਟਡਾਰੋ ਲਿਖਦੇ ਨੇ ਕਿ ਜਦੋਂ ਆਪਣੀ ਸਟੇਟ ਆਫ ਇੰਡੀਅਨ ਇਕੋਨਮੀ, ਜਦੋਂ ਇੰਡੀਅਨ ਇਕੋਨਮੀ ਸੀ ਜਿਹੜੀ ਬ੍ਰਿਟਿਸ਼ਰਸ ਤੋਂ ਕੀ ਹੋਈ ਸੀ, ਇੰਡੀਪੈਂਡੈਂਟ ਹੋਈ ਸੀ, ਕਹਿੰਦੇ ਉਸ ਸਮੇਂ ਆਪਣੀ ਇੰਡੀਅਨ ਇਕੋਨਮੀ ਦੀ ਜਿਹੜੀ ਹਾਲਤ ਆ ਉਹ ਅੰਡਰ ਡਿਵੈਲਪਡ ਸੀ, ਸੈਮੀ ਫਿਊਡਲ ਸੀ, ਡੈਪਰੀਸੇਟਰ ਸੀ, ਡਿਸਇੰਟੀਗ੍ਰੇਟਡ ਸੀ ਅਤੇ ਸਟੈਗਨੈਂਟ ਸੀ, ਠੀਕ ਹੈ। ਵੀ ਆ 5 ਹਾਲਤ ਸੀ ਆਪਣੀ ਇਕੋਨਮੀ ਦੀ, ਅੰਡਰ ਡਿਵੈਲਪ, ਸੈਮੀ ਫਿਊਡਲ, ਡੈਪਰੀਸੇਟਡ, ਡਿਸਇੰਟੀਗ੍ਰੇਟਡ ਅਤੇ ਸਟੈਗਨੈਂਟ ਇਕੋਨਮੀ ਸੀ। ਇਹਨਾਂ 5 ਇਕੋਨਮੀਆਂ ਕਰਕੇ ਹੀ ਉਸ ਟਾਈਮ 'ਤੇ ਆਪਣੀ ਜਿਹੜੀ ਲੋਕਾਂ ਦੀ ਸਥਿਤੀ ਸੀ ਉਹ ਬਹੁਤ ਜ਼ਿਆਦਾ ਪੂਅਰ ਸੀ, ਠੀਕ ਹੈ। ਉਹਨਾਂ ਦਾ ਪੂਅਰ ਸਟੈਂਡਰਡ ਆਫ ਲਿਵਿੰਗ ਸੀ, ਉਹਨਾਂ ਕੋਲ ਐਗਰੀਕਲਚਰ ਦੀਆਂ ਫੈਸਿਲਿਟੀਜ਼, ਉਹਨਾਂ ਕੋਲ ਹੈਲਥ ਦੀਆਂ ਫੈਸਿਲਿਟੀਜ਼, ਮੈਡੀਕਲ ਦੀਆਂ ਫੈਸਿਲਿਟੀਜ਼, ਸਾਰਾ ਕੁਛ ਪੂਅਰ ਸੀ, ਠੀਕ ਹੈ। ਉਹ ਆਪਾਂ 1 ਬਾਏ 1 ਹੁਣ ਇਹਨਾਂ ਸਾਰੇ 5 ਕੈਟੇਗਰੀਜ਼ ਨੂੰ ਪੜ੍ਹਾਂਗੇ ਕਿ ਕੀ ਇਕਨੋਮਿਕ ਦੀਆਂ ਕੈਟੇਗਰੀਜ਼ ਰਹੀਆਂ ਸੀ। ਆਪਣੀ ਫਸਟ ਕੈਟੇਗਰੀ ਹੈ ਅੰਡਰ ਡਿਵੈਲਪ ਇਕੋਨਮੀ। ਅੰਡਰ ਡਿਵੈਲਪ ਇਕੋਨਮੀ ਕਹਿੰਦੇ ਇੱਕ ਉਹ ਇਕੋਨਮੀ ਹੁੰਦੀ ਹੈ ਜਿਹਦੇ ਵਿੱਚ ਲੋ ਲੈਵਲ ਆਫ ਸਟੈਂਡਰਡ ਆਫ ਲਿਵਿੰਗ ਹੁੰਦਾ, ਲੋਕਾਂ ਦਾ ਸਟੈਂਡਰਡ ਆਫ ਲਿਵਿੰਗ ਬਹੁਤ ਜ਼ਿਆਦਾ ਲੋ ਹੁੰਦਾ। ਬੈਕਵਰਡ ਐਗਰੀਕਲਚਰ ਹੁੰਦੀ ਹੈ, ਐਗਰੀਕਲਚਰ ਬਹੁਤ ਬੈਕਵਰਡ ਹੁੰਦੀ ਹੈ, ਠੀਕ ਹੈ। ਹਾਈ ਬਰਥ ਰੇਟਸ ਹੁੰਦੇ ਨੇ, ਹਾਈ ਡੈਥ ਰੇਟਸ ਹੁੰਦੀਆਂ ਨੇ, ਪੂਅਰ ਮੈਡੀਕਲ ਦੀਆਂ ਅਤੇ ਐਜੂਕੇਸ਼ਨ ਦੀਆਂ ਫੈਸਿਲਿਟੀਜ਼ ਹੁੰਦੀਆਂ ਨੇ। ਲੈਕ ਆਫ ਕੈਪੀਟਲ ਇਨਕਮ, ਯਾਨੀ ਲੋਕਾਂ ਦੀ ਜਿਹੜੀ ਪਰ ਕੈਪੀਟਾ ਇਨਕਮ ਹੈ, ਉਹਨਾਂ ਦਾ ਸੋਰਸ ਆਫ ਇਨਕਮ ਹੈ ਬਹੁਤ ਘੱਟ ਹੁੰਦਾ ਹੈ। ਪੂਅਰ ਫੂਡ ਦੀਆਂ ਫੈਸਿਲਿਟੀਜ਼ ਬਹੁਤ ਪੂਅਰ ਹੁੰਦੀਆਂ ਨੇ, ਸੈਨੀਟਰੀ ਕੰਡੀਸ਼ਨਸ ਬਹੁਤ ਪੂਅਰ ਹੁੰਦੀਆਂ ਨੇ। ਅਤੇ ਜ਼ਿਆਦਾਤਰ ਜਿਹੜੀ ਉਹ ਇਕੋਨਮੀਜ਼ ਹੁੰਦੀਆਂ ਨੇ ਉਹ ਫੋਰਨ ਦੀ ਇਕੋਨਮੀਜ਼ 'ਤੇ, ਯਾਨੀ ਫੋਰਨ ਦੇ ਡਿਪੈਂਡ ਕਰਦੀਆਂ ਹੁੰਦੀਆਂ, ਫੋਰਨ ਕੰਟਰੀਜ਼ 'ਤੇ ਆਪਣੀ ਡਿਵੈਲਪਮੈਂਟ ਲਈ, ਠੀਕ ਹੈ। ਉਹ ਹੁੰਦੀ ਹੈ ਅੰਡਰ ਡਿਵੈਲਪ ਇਕੋਨਮੀ। ਹੁਣ ਕਹਿੰਦੇ ਆਪਣੀ ਜਦੋਂ ਇਕੋਨਮੀ ਅੰਡਰ ਡਿਵੈਲਪ ਸੀ, ਇਹ ਫਸਟ ਆਪਾਂ ਨੇ ਪੜ੍ਹਿਆ ਕਿ ਆਪਣੀ ਇਕੋਨਮੀ ਅੰਡਰ ਡਿਵੈਲਪ ਸੀ, ਉਹਦੇ ਕੀ ਫੀਚਰਸ ਨਿਕਲੀਆਂ ਉਹ 1 ਬਾਏ 1 ਪੜ੍ਹਾਂਗੇ। ਫਸਟ ਤਾਂ ਕੀ ਫੀਚਰ ਨਿਕਲੇ, ਉਹਦੀ ਲੋ ਪਰ ਕੈਪੀਟਾ ਇਨਕਮ। ਜਿਹੜੀ ਲੋਕਾਂ ਦੀ ਪਰ ਕੈਪੀਟਾ ਇਨਕਮ ਸੀ ਉਹ ਬਹੁਤ ਜ਼ਿਆਦਾ ਕੀ ਸੀ, ਵੀਕ ਸੀ, ਲੋ ਸੀ। ਉਸ ਟਾਈਮ 'ਤੇ ਲੋਕਾਂ ਦੀ ਪਰ ਕੈਪੀਟਾ ਇਨਕਮ ਘੱਟ ਹੋਣ ਦਾ ਇੱਕ ਤਾਂ ਇਹ ਕਾਰਨ ਸੀ ਕਿ ਲੋਕ ਕੀ ਸੀ, ਇਲਿਟਰੇਟ ਸੀ। ਦੂਸਰਾ ਕਾਰਨ ਕੀ ਸੀ ਕਿ ਲੋਕਾਂ ਦਾ ਸਟੈਂਡਰਡ ਆਫ ਲਿਵਿੰਗ ਇਨਕਮ ਕਰਕੇ ਬਹੁਤ ਘੱਟ ਸੀ। ਉਸ ਟਾਈਮ 'ਤੇ ਕੀ ਆ, ਪਰ ਕੈਪੀਟਾ ਇਨਕਮ ਸਾਰੀ ਕੀ ਸੀ, 230 ਰੁਪਏ ਸੀ ਪਰ ਕੈਪੀਟਾ ਇਨਕਮ ਇਨ ਇੰਡੀਆ।
ਜਿਹੜੀ ਕਿ ਬਹੁਤ ਜ਼ਿਆਦਾ ਕੀ ਉਸ ਟਾਈਮ ਤੇ ਲੋ ਮੰਨੀ ਜਾਂਦੀ ਸੀ। ਠੀਕ ਹੈ, ਪਰ ਕੈਪੀਟਾ ਇਨਕਮ ਲੋ ਹੋਣ ਕਰਕੇ ਕੀ ਹੈ, ਲੋਕ ਇੱਕ ਤਾਂ ਪੜ੍ਹੇ ਲਿਖੇ ਨਹੀਂ ਸੀ, ਇਸ ਕਰਕੇ ਉਹਨਾਂ ਨੂੰ ਨਹੀਂ ਪਤਾ ਸੀ ਕਿ ਉਹਨਾਂ ਨੇ ਇਨਕਮ ਨੂੰ ਕਿਵੇਂ ਕਮਾਉਣਾ ਹੈ। ਠੀਕ ਹੈ, ਬੈਟਰ ਵੇ, ਸਾਰੇ ਇੱਕ ਹੀ ਕੰਮ ਵਿੱਚ ਲੱਗੇ ਹੋਏ ਸੀ। ਠੀਕ ਹੈ, ਜਿਵੇਂ ਆਪਾਂ ਕਹਿ ਰਹੇ ਸਾਰੇ ਐਗਰੀਕਲਚਰ ਵੱਲ ਸੀ ਤਾਂ ਸਾਰੇ ਐਗਰੀਕਲਚਰ 'ਚ ਹੀ ਲੱਗੇ ਹੋਏ ਸੀ। ਉਹਨਾਂ ਨੂੰ ਇਨਕਮ ਦੇ ਸੋਰਸਿਸ ਨਹੀਂ ਪਤਾ ਸੀ ਵੀ ਉਹ ਕਿਵੇਂ ਕਿਵੇਂ ਕਮਾ ਕੇ ਨਿਊ ਸੋਰਸਿਸ ਦਾ ਇਨਕਮ ਕਮਾ ਸਕਦੇ ਆ। ਇਲਿਟਰੇਟ ਸੀ ਉਹ। ਦੂਸਰਾ ਕੀ ਹੈ ਕਿ ਉਹ ਇਲਿਟਰੇਟ ਹੋਣ ਕਰਕੇ ਅਤੇ ਇਨਕਮ ਘੱਟ ਹੋਣ ਕਰਕੇ ਕੀ ਹੈ, ਜਿਹੜੀ ਉਹਨਾਂ ਦੀ ਸਟੈਂਡਰਡ ਆਫ ਲਿਵਿੰਗ ਸੀ ਉਹ ਬਹੁਤ ਜ਼ਿਆਦਾ ਪੂਅਰ ਸੀ। ਉਹਨਾਂ ਨੂੰ ਖਾਣ ਦੀ ਇੱਕ ਟਾਈਮ ਦੀ ਰੋਟੀ ਵੀ ਨਹੀਂ ਮਿਲਦੀ ਸੀ, ਇੰਨੀਆਂ ਪੂਅਰ ਉਹਨਾਂ ਦੀਆਂ ਕੀ ਕੰਡੀਸ਼ਨਸ ਸੀ। ਨੈਕਸਟ ਆ ਗਈ ਐਗਰੀਕਲਚਰ ਇਕੋਨਮੀ। ਆਪਣੀ ਐਗਰੀਕਲਚਰ ਇਕੋਨਮੀ ਉਸ ਟਾਈਮ 'ਤੇ ਸਭ ਤੋਂ ਜ਼ਿਆਦਾ ਇਫੈਕਟ ਹੋਈ ਕਿਉਂਕਿ ਆਪਣੀ ਜਿਹੜੀ ਐਗਰੀਕਲਚਰ ਇਕੋਨਮੀ ਇਸ ਕਰਕੇ ਇਫੈਕਟ ਹੋਈ ਕਿਉਂਕਿ 70% ਆਫ ਜਿਹੜੀ ਪੋਪੂਲੇਸ਼ਨ ਸੀ ਉਹ ਆਪਣੀ ਐਗਰੀਕਲਚਰ 'ਤੇ ਲੱਗੀ ਹੋਈ ਸੀ ਅਤੇ 50% ਆਫ ਨੈਸ਼ਨਲ ਇਨਕਮ ਕੀ ਐਗਰੀਕਲਚਰ ਨੂੰ ਕੰਟਰੀਬਿਊਟ ਕੀਤਾ ਜਾਂਦਾ ਸੀ। ਇੰਨੀ ਪੋਪੂਲੇਸ਼ਨ ਲੱਗੀ ਹੋਈ ਸੀ, ਫਿਰ ਵੀ ਇੰਨੀ ਨੈਸ਼ਨਲ ਇਨਕਮ ਕੰਟਰੀਬਿਊਟ ਕੀਤੀ ਜਾਂਦੀ ਸੀ, ਪਰ ਫਿਰ ਵੀ ਆਪਣੀ ਐਗਰੀਕਲਚਰ ਇਕੋਨਮੀ ਬੈਕਵਰਡ ਮੰਨੀ ਜਾਂਦੀ ਸੀ। ਉਹ ਬੈਕਵਰਡ ਤਾਂ ਮੰਨੀ ਜਾਂਦੀ ਸੀ ਕਿਉਂਕਿ ਉਸ ਟਾਈਮ 'ਤੇ ਜਿਹੜੇ ਯੂਜ਼ ਕੀਤੇ ਜਾਂਦੇ ਸੀ ਮੈਥਡ ਐਗਰੀਕਲਚਰ ਨੂੰ ਕਰਨ ਲਈ ਉਹ ਬਹੁਤ ਜ਼ਿਆਦਾ ਓਲਡ ਸੀ ਅਤੇ ਉਹਨਾਂ ਲਈ ਵਧੀਆ ਤਰੀਕੇ ਦੀ ਇਰੀਗੇਸ਼ਨ ਫੈਸਿਲਿਟੀ ਵੀ ਨਹੀਂ ਸੀ, ਨਾ ਹੀ ਉਹਨਾਂ ਨੂੰ ਕਲਟੀਵੇਸ਼ਨ ਕਰਨੀ ਆਉਂਦੀ ਸੀ ਕਿਉਂਕਿ ਲੋਕ ਇੰਨੇ ਪੜ੍ਹੇ ਲਿਖੇ ਨਹੀਂ ਸੀ। ਪੁਰਾਣੇ ਮੈਥਡਸ ਨੂੰ ਯੂਜ਼ ਕਰਦੇ ਸੀ, ਪੁਰਾਣੇ ਹਥਿਆਰਾਂ ਨੂੰ ਯੂਜ਼ ਕਰਦੇ ਸੀ, ਜਿਹਦੇ ਕਰਕੇ ਉਹਨਾਂ ਦੀ ਐਗਰੀਕਲਚਰ ਦੀ ਜਿਹੜੀ ਪ੍ਰੋਡਕਟੀਵਿਟੀ ਸੀ ਉਹ ਬਹੁਤ ਜ਼ਿਆਦਾ ਘੱਟ ਹੋ ਗਈ ਸੀ। ਯਾਨੀ ਉਹਨਾਂ ਦੀ ਜਿਹੜੀ ਪ੍ਰੋਡਕਸ਼ਨ ਸੀ ਉਹ ਬਹੁਤ ਜ਼ਿਆਦਾ ਘੱਟ ਹੋ ਗਈ ਸੀ। ਉਸ ਟਾਈਮ 'ਤੇ ਮੇਜਰ ਜਿਹੜੀ ਪ੍ਰੋਡਕਸ਼ਨ ਸੀ ਵੀਟ ਦੀ ਉਹ ਸੀ 660 ਕਿਲੋਗ੍ਰਾਮ ਸੀ ਸਿਰਫ। ਅਤੇ ਵੀਟ ਦੀ ਤਾਂ ਇੰਨੀ ਸੀ ਉਸ ਟਾਈਮ 'ਤੇ, ਅਤੇ ਉਸ ਟਾਈਮ 'ਤੇ ਰਾਈਸ ਦੀ ਕਿੰਨੀ ਸੀ ਕਿਲੋਗ੍ਰਾਮ ਟਨ, ਅਤੇ ਰਾਈਸ ਦੀ ਕਿੰਨੀ ਸੀ, ਰਾਈਸ ਦੀ 665 ਕਿਲੋਗ੍ਰਾਮ ਟਨ। ਜੇ ਆਪਾਂ ਰਾਈਸ ਨੂੰ ਕੰਪੇਅਰ ਕਰੀਏ ਜਾਪਾਨ ਨਾਲ ਤਾਂ ਜਾਪਾਨ ਦੀ ਉਸ ਟਾਈਮ 'ਤੇ 748 ਕਿਲੋ ਟਨ ਸੀ, ਜਿਹੜੀ ਕਿ ਆਪਣੀ ਇੰਡੀਆ ਦੇ ਕੰਪੈਰੀਜ਼ਨ ਬਹੁਤ ਲੋ ਸੀ। ਨੈਕਸਟ ਆ ਗਿਆ ਪੂਅਰ ਇਨਫਰਾਸਟਰਕਚਰ। ਇਨਫਰਾਸਟਰਕਚਰ ਦਾ ਮਤਲਬ ਹੁੰਦਾ ਜਿੱਥੇ ਕੀ ਹੈ ਫੈਸਿਲਿਟੀਜ਼ ਆ ਜਾਣ, ਜਿਵੇਂ ਕੀ ਹੈ ਫੈਸਿਲਿਟੀਜ਼ ਆਫ ਟਰਾਂਸਪੋਰਟੇਸ਼ਨ, ਫੈਸਿਲਿਟੀਜ਼ ਆਫ ਬੈਂਕਿੰਗ, ਫੈਸਿਲਿਟੀਜ਼ ਆਫ ਇਲੈਕਟ੍ਰੀਸਿਟੀ, ਉਹ ਸਾਰੀਆਂ ਫੈਸਿਲਿਟੀਜ਼ ਆ ਜਾਣ। ਉਸ ਟਾਈਮ 'ਤੇ ਇਨਫਰਾਸਟਰਕਚਰ ਵੀ ਬਹੁਤ ਜ਼ਿਆਦਾ ਪੂਅਰ ਸੀ। ਟਰਾਂਸਪੋਰਟੇਸ਼ਨ ਦੀਆਂ ਫੈਸਿਲਿਟੀਜ਼ ਤਾਂ ਬਹੁਤ ਮਾਈਨਰ ਜਿਹੀਆਂ ਹੀ ਉਸ ਟਾਈਮ 'ਤੇ ਡਿਵੈਲਪ ਹੋਈਆਂ ਸੀ। ਠੀਕ ਹੈ, ਅਤੇ ਦੂਸਰਾ ਕੀ ਹੈ ਉਸ ਟਾਈਮ ਦੇ ਰੇਲਵੇ ਲਾਈਨਸ ਹੋ ਗਈਆਂ ਜਾਂ ਇਲੈਕਟ੍ਰੀਸਿਟੀ ਉਹ ਸਿਰਫ 2100 ਮੈਗਾਵਾਟ ਹੀ ਬਣਦੀ ਸੀ, ਜਿਹੜੀ ਕਿ ਬਹੁਤ ਜ਼ਿਆਦਾ ਕਈ ਏਰੀਆਜ਼ 'ਚ ਤਾਂ ਹੈ ਹੀ ਨਹੀਂ ਸੀ, ਕੁਛ ਮਾਈਨਰ ਜਿਹੇ ਏਰੀਆਜ਼ 'ਚ ਇਲੈਕਟ੍ਰੀਸਿਟੀ ਹੈਗੀ ਸੀ। ਰੇਲਵੇ ਲਾਈਨਸ ਦੀ ਜਿਹੜੀ ਹੈਗੀ ਸੀ ਉਹ ਸਿਰਫ 53,596 ਕਿਲੋਮੀਟਰ ਤੱਕ ਹੀ ਫੈਲੀਆਂ ਹੋਈਆਂ ਸੀ, ਜੋ ਕਿ ਬਹੁਤ ਹੀ ਜ਼ਿਆਦਾ ਲੋ ਸੀ। ਕਈ ਜਗ੍ਹਾ 'ਤੇ ਤਾਂ ਰੇਲਵੇ ਲਾਈਨ ਜਾਂਦੀ ਵੀ ਨਹੀਂ ਸੀ। ਠੀਕ ਹੈ, ਇਸ ਕਰਕੇ ਕਹਿ ਸਕਦੇ ਹਾਂ ਕਿ ਪੂਅਰ ਇਨਫਰਾਸਟਰਕਚਰ ਸੀ ਉਸ ਸਮੇਂ। ਨੈਕਸਟ ਹੈ ਹੈਵੀ ਡਿਪੈਂਡੈਂਸ ਔਨ ਇੰਪੋਰਟ। ਇੰਪੋਰਟਸ 'ਤੇ ਬਹੁਤ ਜ਼ਿਆਦਾ ਆਪਾਂ ਡਿਪੈਂਡ ਕਰਦੇ ਸੀ। ਜਿਹੜੀਆਂ ਚੀਜ਼ਾਂ ਦਾ ਆਪਾਂ ਪਹਿਲਾਂ ਐਕਸਪੋਰਟ ਕਰਦੇ ਹੁੰਦੇ ਸੀ, ਠੀਕ ਹੈ, ਜਿਵੇਂ ਫੂਡ ਗ੍ਰੇਨਸ ਵਗੈਰਾ, ਠੀਕ ਹੈ, ਆਫਟਰ ਇੰਡੀਪੈਂਡੈਂਸ ਜਦੋਂ ਆਪਾਂ ਉਹਨਾਂ ਦੀ ਪ੍ਰੋਡਕਟੀਵਿਟੀ ਘਟਣ ਲੱਗ ਗਈ ਤਾਂ ਆਪਾਂ ਨੂੰ ਬਾਹਰੋਂ ਇੰਪੋਰਟ ਵੀ ਕਰਨੀਆਂ ਪਈਆਂ। ਬਾਕੀ ਕੀ ਹੈ ਜਿਵੇਂ ਇਕਵਿਪਮੈਂਟਸ ਹੋ ਗਏ, ਠੀਕ ਹੈ, ਹਥਿਆਰ ਹੋ ਗਏ ਜਿਹੜੇ ਜੰਗ ਵਗੈਰਾ 'ਚ ਯੂਜ਼ ਹੁੰਦੇ ਆ, ਜਾਂ ਮਸ਼ੀਨਰੀ ਹੋ ਗਈ, ਉਹ ਆਪਾਂ ਕੀ ਹੈ ਇੰਪੋਰਟ ਕਰਨ ਲੱਗ ਗਏ ਬਹੁਤ ਜ਼ਿਆਦਾ, ਨਾ ਕਿ ਆਪਾਂ ਉਹਦਾ ਸਬਸਟੀਟਿਊਟ ਆਪਣੀ ਕੰਟਰੀ ਵਿੱਚ ਬਣਾਉਣ ਦੀ ਬਜਾਏ ਆਪਾਂ ਬਹੁਤ ਜ਼ਿਆਦਾ ਉਸ ਚੀਜ਼ 'ਤੇ ਇੰਪੋਰਟ 'ਤੇ ਡਿਪੈਂਡ ਹੋ ਗਏ। ਇਲਿਟਰੇਸੀ, ਠੀਕ ਹੈ, ਇਲਿਟਰੇਸੀ ਰੇਟ ਬਹੁਤ ਜ਼ਿਆਦਾ ਸੀ ਉਦੋਂ। ਇਲਿਟਰੇਸੀ ਰੇਟ ਇੰਨਾ ਜ਼ਿਆਦਾ ਸੀ ਕਿ ਲੋਕਾਂ ਦਾ ਸਟੈਂਡਰਡ ਆਫ ਲਿਵਿੰਗ ਬਹੁਤ ਗਿਰਿਆ ਹੋਇਆ ਸੀ, ਉਹਨਾਂ ਕੋਲ ਐਜੂਕੇਸ਼ਨ ਦੀਆਂ ਫੈਸਿਲਿਟੀਜ਼ ਪ੍ਰੋਪਰ ਨਹੀਂ ਸੀ। ਉਸ ਟਾਈਮ 'ਤੇ ਇਲਿਟਰੇਸੀ ਰੇਟ ਸੀ ਜਿਹੜਾ ਉਹ 82% ਲੋਕ ਅਨਪੜ੍ਹ ਸੀ ਅਤੇ 18% ਲੋਕ ਸੀ ਜਿਹੜੇ ਪੜ੍ਹੇ ਲਿਖੇ ਸੀ। ਉਹ 18% ਵਿੱਚੋਂ ਵੀ 7% ਫੀਮੇਲਸ ਪੜ੍ਹੀਆਂ ਲਿਖੀਆਂ ਸੀ ਅਤੇ 11% ਕੀ ਹੈ ਮੇਲ ਪੜ੍ਹੇ ਲਿਖੇ ਸੀ। 82% ਜਿਹੜੀ ਜਨਤਾ ਸੀ ਰੂਰਲ ਏਰੀਆਜ਼ 'ਚ ਰਹਿ ਰਹੀ ਸੀ, ਉਹ ਸਾਰੀ ਕੀ ਹੈ ਇਲਿਟਰੇਸੀ ਨਾਲ ਮਤਲਬ ਇਲਿਟਰੇਸੀ ਦਾ ਕਾਫੀ ਸ਼ਿਕਾਰ ਹੋਈ ਹੋਈ ਸੀ, ਅਤੇ ਜਿਹਦੇ ਕਰਕੇ ਉਹਨਾਂ ਦਾ ਸਟੈਂਡਰਡ ਆਫ ਲਿਵਿੰਗ ਬਹੁਤ ਜ਼ਿਆਦਾ ਕੀ ਸੀ, ਲੋ ਸੀ। ਨੈਕਸਟ ਹੈ ਲੋ ਪ੍ਰਪੋਰਸ਼ਨ ਇਨ ਰੂਰਲ ਏਰੀਆਜ਼। ਜਿਹੜੇ ਰੂਰਲ ਏਰੀਆਜ਼ ਹੈ ਉਹਨਾਂ ਵਿੱਚ ਜਿਹੜੀ ਪ੍ਰਪੋਰਸ਼ਨ ਹੈ, ਸੋਰੀ ਉਰੇ ਅਰਬਨ ਏਰੀਆਜ਼ ਆਣਾ, ਜਿਹੜੀ ਲੋ ਪ੍ਰਪੋਰਸ਼ਨ ਇਨ ਅਰਬਨ ਏਰੀਆਜ਼। ਅਰਬਨ ਏਰੀਆਜ਼ 'ਚ ਲੋਕ ਬਹੁਤ ਘੱਟ ਵਸੇ ਹੋਏ ਸੀ, ਜ਼ਿਆਦਾਤਰ ਰੂਰਲ ਏਰੀਆ ਵਿੱਚ ਲੋਕ ਰਹਿੰਦੇ ਸੀ। 86% ਲੋਕ ਕੀ ਹੈ ਰੂਰਲ ਏਰੀਆਜ਼ 'ਚ ਰਹਿ ਰਹੇ ਸੀ ਅਤੇ 14% ਲੋਕ ਕੀ ਹੈ ਸਿਰਫ ਅਰਬਨ ਏਰੀਆਜ਼ 'ਚ ਰਹਿ ਰਹੇ ਸੀ, ਜਿਹੜਾ ਕਿ ਬਹੁਤ ਜ਼ਿਆਦਾ ਘੱਟ ਸੀ। ਰੂਰਲ ਵਾਲਿਆਂ 'ਤੇ ਜ਼ਿਆਦਾ ਕੀ ਸੀ ਫੋਰਸ ਪਿਆ ਹੋਇਆ ਸੀ ਉਸ ਟਾਈਮ 'ਤੇ, ਕਿਉਂਕਿ ਲੋਕ ਕੀ ਹੈ ਬਹੁਤ ਜਿਹੜੇ ਘੱਟ ਸੀਗੇ ਉਹ ਅਰਬਨ ਏਰੀਆਜ਼ 'ਚ ਰਹਿ ਰਹੇ ਸੀ, ਜ਼ਿਆਦਾ ਪ੍ਰਪੋਰਸ਼ਨ ਕਾਰ ਦੇ ਵਿੱਚ ਸੀ ਰੂਰਲ ਏਰੀਆਜ਼ 'ਚ ਰਹਿ ਰਹੀ ਸੀ, ਜਿੱਥੇ ਕਿ ਉਹਨਾਂ ਦੀ ਡਿਵੈਲਪਮੈਂਟ ਚੰਗੀ ਤਰੀਕੇ ਨਾਲ ਨਹੀਂ ਹੋ ਸਕਦੀ ਸੀ ਕਿਉਂਕਿ ਉਹਨਾਂ ਕੋਲ ਉਹ ਫੈਸਿਲਿਟੀਜ਼ ਪ੍ਰੋਵਾਈਡ ਨਹੀਂ ਹੁੰਦੀਆਂ ਸੀ। ਇਹ ਸਾਰੀ ਸੀ ਆਪਣੀ ਅੰਡਰ ਡਿਵੈਲਪ ਇਕੋਨਮੀ ਅਤੇ ਉਹਦੇ ਫੀਚਰਸ, ਜਿਹੜੇ ਕਿ ਆਪਾਂ 1 by 1 ਰੀਡ ਆਊਟ ਕੀਤੇ ਆ। ਨੈਕਸਟ ਇਕੋਨਮੀ ਆਪਣੀ ਜਿਹੜੀ ਆ ਜਾਂਦੀ ਹੈ ਉਹ ਹੈ ਸਟੈਗਨੈਂਟ ਇਕੋਨਮੀ।
ਸਟੈਗਨੈਂਟ ਇਕੋਨਮੀ ਕਿਹੜੀ ਇਕੋਨਮੀ ਹੁੰਦੀ ਹੈ? ਸਟੈਗਨੈਂਟ ਇਕੋਨਮੀ ਉਹ ਇਕੋਨਮੀ ਹੁੰਦੀ ਹੈ ਜਿਹਦੇ ਵਿੱਚ ਜਿਹੜਾ ਗਰੋਥ ਰੇਟ ਹੁੰਦੀ ਹੈ ਇਨਕਮ ਦੀ ਉਹ ਬਹੁਤ ਘੱਟ ਹੁੰਦੀ ਹੈ। ਗਰੋਥ ਰੇਟ ਹੁੰਦੀ ਤਾਂ ਹੈਗੀ ਆ ਪਰ ਬਹੁਤ ਲਿਟਲ ਗਰੋਥ ਰੇਟ ਹੁੰਦੀ ਹੈ, ਬਹੁਤ ਜ਼ਿਆਦਾ ਘੱਟ ਹੀ ਗਰੋਥ ਰੇਟ ਹੁੰਦੀ ਹੈ। ਜਿਵੇਂ ਆਪਾਂ ਕਹਿ ਸਕਦੇ ਹਾਂ, ਕਹਿੰਦੇ ਪਹਿਲਾਂ ਇੰਡੀਪੈਂਡੈਂਸ ਤੋਂ ਪਹਿਲਾਂ ਗਰੋਥ ਰੇਟ ਕੀ ਹੈ 0.5 ਹੋਈ ਸੀ, ਪਰ ਆਫਟਰ ਇੰਡੀਪੈਂਡੈਂਸ ਇਹਦੀ ਗਰੋਥ ਰੇਟ ਸਿਰਫ 0.1 ਹੀ ਇਨਕਰੀਜ਼ ਹੋਈ। ਵੀ ਇਨਕਰੀਜ਼ ਤਾਂ ਹੋ ਰਹੀ ਹੈ ਗਰੋਥ ਰੇਟ, ਮਤਲਬ ਗਰੋਥ ਤਾਂ ਹੋ ਰਹੀ ਹੈ ਇੱਕ ਇਨਕਮ ਦੀ, ਠੀਕ ਹੈ, ਪਰ ਉਹਦਾ ਜਿਹੜਾ ਗਰੋਥ ਰੇਟ ਆ ਬਹੁਤ ਕੀ ਹੈ ਵੈਰੀ ਲਿਟਲ ਚੇਂਜ ਹੋ ਰਿਹਾ, ਉਹਦੇ ਵਿੱਚ ਬਾਹਲਾ ਚੇਂਜ ਨਹੀਂ ਆ ਰਿਹਾ, ਬਹੁਤ ਲਿਟਲ ਚੇਂਜ ਆ ਰਿਹਾ। ਇਹਦੇ ਲਈ ਕਾਫੀ ਸਾਰੇ ਫੈਕਟਰਸ ਕੀ ਸੀ ਰਿਸਪੌਂਸੀਬਲ ਸੀ, ਜਿਵੇਂ ਆਪਾਂ ਕਹਿ ਸਕਦੇ ਹਾਂ ਬੈਕਵਰਡ ਐਗਰੀਕਲਚਰ ਯੂਜ਼ ਕਰਦੇ ਸੀ ਲੋਕ, ਠੀਕ ਹੈ, ਉਸ ਟਾਈਮ 'ਤੇ ਆਊਟਡੇਟਡ ਟੈਕਨੋਲੋਜੀ ਯੂਜ਼ ਕਰਦੇ ਸੀ, ਨਿਊ ਟੈਕਨੋਲੋਜੀ ਆ ਗਈ ਸੀ ਪਰ ਉਹਨੂੰ ਯੂਜ਼ ਨਹੀਂ ਕਰਦੇ ਸੀ। ਅਨਇੰਪਲੋਇਮੈਂਟ ਬਹੁਤ ਜ਼ਿਆਦਾ ਵੱਧ ਰਹੀ ਸੀ, ਉਹਨਾਂ ਦੀ ਪ੍ਰੋਡਕਟੀਵਿਟੀ ਲੋ ਸੀ, ਉਹ ਕੀ ਸਾਰੇ ਪ੍ਰੋਡਕਟਸ ਨੂੰ ਸੇਲ ਨਹੀਂ ਕਰਦੇ ਸੀ ਜਾ ਕੇ, ਠੀਕ ਹੈ, ਜਾਂ ਫਿਰ ਜੇ ਸੇਲ ਕਰਦੇ ਸੀ ਉਹ ਪ੍ਰੋਡਕਟਸ ਨੂੰ ਤਾਂ ਕੀ ਹੈ ਉਹ ਬਾਹਰ ਸੇਲ ਨਹੀਂ ਕਰਦੇ ਸੀ, ਉਹ ਸਿਰਫ ਆਪਣੇ ਪਿੰਡ 'ਚ ਹੀ ਸੇਲ ਕਰ ਦਿੰਦੇ ਸੀ ਕਿਉਂਕਿ ਉਹਨਾਂ ਕੋਲ ਬੈਟਰ ਟਰਾਂਸਪੋਰਟੇਸ਼ਨ ਦੀਆਂ ਫੈਸਿਲਿਟੀਜ਼ ਨਹੀਂ ਹੁੰਦੀਆਂ ਸੀ। ਤਾਂ ਜੇਕਰ ਉਹ ਆਪਣੇ ਹੀ ਪਿੰਡ ਦੇ ਸਾਹੂਕਾਰਾਂ ਨੂੰ ਉਹ ਵੇਚਦੇ ਸੀ ਤਾਂ ਉਹ ਕੀ ਹੈ ਬਹੁਤ ਲੋ ਰੇਟ 'ਤੇ ਉਹਨਾਂ ਨੂੰ ਵੇਚ ਕਹਿੰਦੇ ਸੀ, ਜਿਹੜੀ ਇਨਕਮ ਸਾਰੀ ਉਹਨਾਂ ਨੂੰ ਟੈਕਸ ਚੁਕਾਉਣ 'ਤੇ ਲੱਗ ਜਾਂਦੀ ਸੀ। ਇਸ ਕਰਕੇ ਆਪਣੀ ਇਕੋਨਮੀ ਕੀ ਹੈ ਬਹੁਤ ਜ਼ਿਆਦਾ ਸਟੈਗਨੈਂਟ ਇਕੋਨਮੀ ਸੀ ਇਹਨਾਂ ਕਾਰਨਾਂ ਕਰਕੇ ਵੀ, ਜਿਹਦੇ ਵਿੱਚ ਗਰੋਥ ਰੇਟ ਆਫ ਇਨਕਮ ਚੇਂਜ ਤਾਂ ਹੋ ਰਹੀ ਹੈ, ਗਰੋਥ ਉਹਦੀ ਹੋ ਤਾਂ ਰਹੀ ਹੈ ਇਨਕਮ ਦੀ, ਪਰ ਜਿਹੜਾ ਉਹਦਾ ਰੇਟ ਆ ਬਹੁਤ ਲਿਟਲ ਵੇ ਨਾਲ ਕੀ ਹੈ ਗਰੋਥ ਹੋ ਰਹੀ ਹੈ ਉਹਦੀ ਰੇਟ ਦੀ, ਰੇਟ ਆਫ ਇਨਕਮ ਜਿਹੜਾ ਹੈਗਾ ਉਹ ਬਹੁਤ ਲਿਟਲ ਚੇਂਜ ਆ ਰਿਹਾ ਉਹਦੇ ਵਿੱਚ ਗਰੋਥ ਰੇਟ ਵਿੱਚ। ਕਲੀਅਰ ਹੈ? ਹੁਣ ਆਪਣਾ ਨੈਕਸਟ ਜਿਹੜਾ ਹੈਗਾ ਡੈਪਰੀਸੀਏਟਡ ਇਕੋਨਮੀ ਪੁਆਇੰਟ ਹੈ। ਡੈਪਰੀਸੀਏਟਡ ਇਕੋਨਮੀ ਕਿਹੜੀ ਹੁੰਦੀ ਹੈ? ਆਪਾਂ ਡੈਪਰੀਸੀਏਸ਼ਨ ਪੜ੍ਹਿਆ ਵੀ ਨੋਰਮਲ ਵੀਅਰ ਟੀਅਰ ਹੁੰਦੀ ਹੈ, ਠੀਕ ਹੈ, ਉਵੇਂ ਡੈਪਰੀਸੀਏਟਡ ਇਕੋਨਮੀ ਸੀ ਜਿਹਦੇ ਵਿੱਚ ਫੈਕਟਰਸ ਆਫ ਪ੍ਰੋਡਕਸ਼ਨ ਦੀ ਇੰਨੀ ਜ਼ਿਆਦਾ ਯੂਜ਼ੇਜ ਹੁੰਦੀ ਸੀ ਉਸ ਟਾਈਮ 'ਤੇ ਕਿ ਉਸ ਟਾਈਮ 'ਤੇ ਜਦੋਂ ਸੈਕਿੰਡ ਵਰਲਡ ਵਾਰ ਲੱਗੀ ਸੀ ਕਹਿੰਦੇ ਉਦੋਂ ਡੈਪਰੀਸੀਏਟਡ ਇਕੋਨਮੀ, ਪਹਿਲਾਂ ਆਪਾਂ ਮੀਨਿੰਗ ਕਲੀਅਰ ਕਰ ਲੈਣੇ, ਸੌਰੀ, ਡੈਪਰੀਸੀਏਟਡ ਇਕੋਨਮੀ ਵਿੱਚ ਕੀ ਹੈ ਕਹਿੰਦੇ ਫੈਕਟਰਸ ਆਫ ਪ੍ਰੋਡਕਸ਼ਨ ਦੀ ਜਿਹੜੀ ਹੈਗੀ ਇੰਨੀ ਜ਼ਿਆਦਾ ਯੂਜ਼ ਹੁੰਦੀ ਹੈ ਕਿ ਉਹਨੂੰ ਆਪਾਂ ਰਿਪਲੇਸ ਹੀ ਨਹੀਂ ਕਰਦੇ, ਜਿਹੜੀ ਉਹਦੀ ਨੋਰਮਲ ਵੀਅਰ ਟੀਅਰ ਹੁੰਦੀ ਹੈ, ਟੁੱਟ ਭੱਜ ਹੁੰਦੀ ਹੈ, ਉਹ ਤੋਂ ਉਹਨੂੰ ਰਿਪਲੇਸ ਹੀ ਨਹੀਂ ਕੀਤਾ ਜਾਂਦਾ ਬਲਕਿ ਉਹਨੂੰ ਯੂਜ਼ ਕਰਦੇ ਰਹਿੰਦੇ ਹਾਂ ਜਿਹਦੇ ਕਰਕੇ ਆਪਣੀ ਪ੍ਰੋਡਕਟੀਵਿਟੀ ਦਾ ਲੈਵਲ ਘੱਟ ਜਾਂਦਾ ਹੈ, ਆਪਣੀ ਪ੍ਰੋਡਕਟੀਵਿਟੀ ਐਫੀਸ਼ੀਐਂਸੀ ਘੱਟ ਜਾਂਦੀ ਹੈ ਕਿਉਂਕਿ ਆਪਾਂ ਉਹਨੂੰ ਚੇਂਜ ਹੀ ਨਹੀਂ ਕਰਦੇ, ਅਤੇ ਜਿਹਦੇ ਨਾਲ ਆਪਣੀ ਗ੍ਰੋਸ ਕੈਪੀਟਲ ਜਿਹੜੀ ਇਕੋਨਮੀ ਦੀ ਹੁੰਦੀ ਆ ਉਹ ਡਿਕਲਾਈਨ ਹੋ ਜਾਂਦੀ ਹੈ, ਬਹੁਤ ਜ਼ਿਆਦਾ ਗਿਰ ਜਾਂਦੀ ਹੈ ਕਿਉਂਕਿ ਆਪਣਾ ਬਹੁਤ ਜ਼ਿਆਦਾ ਲੋਸ ਹੁੰਦਾ ਕਿਉਂਕਿ ਆਪਣੀ ਪ੍ਰੋਡਕਟੀਵਿਟੀ ਇਹਦੇ ਨਾਲ ਬਹੁਤ ਜ਼ਿਆਦਾ ਘੱਟ ਜਾਂਦੀ ਹੈ। ਕਹਿੰਦੇ ਜਿਵੇਂ ਹੁਣ ਵਰਲਡ ਵਾਰ ਸੈਕਿੰਡ ਦੇ ਟਾਈਮ 'ਤੇ ਕਹਿੰਦੇ ਇੰਡੀਆ ਨੇ ਕੀ ਹੈ ਲਾਰਜ ਕੁਆਂਟਿਟੀ ਦੀਆਂ ਕੋਮੋਡਿਟੀਜ਼ ਬਣਾ ਕੇ ਕਿਹਨਾਂ ਨੂੰ ਉਹਨਾਂ ਨੇ ਸੇਲ ਕੀਤੀਆਂ, ਬ੍ਰਿਟਿਸ਼ਰਸ ਅਤੇ ਐਲਿਸਿਸ ਨੂੰ ਪ੍ਰੋਵਾਈਡ ਕੀਤੀਆਂ। ਪਰ ਕਹਿੰਦੇ ਉਸ ਟਾਈਮ 'ਤੇ ਉਹਨਾਂ ਨੇ ਉਹ ਮਸ਼ੀਨਰੀ ਨੂੰ ਬਹੁਤ ਜ਼ਿਆਦਾ ਯੂਜ਼ ਕੀਤਾ, ਠੀਕ ਹੈ, ਇਕਵਿਪਮੈਂਟਸ ਨੂੰ ਬਹੁਤ ਯੂਜ਼ ਕੀਤਾ, ਫੈਕਟਰਸ ਨੂੰ, ਪਰ ਉਹਨਾਂ ਨੂੰ ਰਿਪਲੇਸ ਨਹੀਂ ਕੀਤਾ ਕਿਉਂਕਿ ਵਰਲਡ ਵਾਰ ਦੇ ਟਾਈਮ 'ਤੇ ਕੀ ਆ ਉਹ ਕੋਈ ਵੀ ਨਿਊ ਇਕਵਿਪਮੈਂਟ ਨੂੰ ਇੰਪੋਰਟ ਨਹੀਂ ਕਰ ਸਕਦੇ ਸੀ, ਜਿਸ ਕਰਕੇ ਉਹ ਉਹੀ ਇਕਵਿਪਮੈਂਟਸ ਨੂੰ ਯੂਜ਼ ਕਰਦੇ ਰਹੇ, ਜਿਨ੍ਹਾਂ ਕਰਕੇ ਉਹਨਾਂ ਦੀ ਪ੍ਰੋਡਕਟੀਵਿਟੀ ਲੈਵਲ ਕੀ ਹੈ ਐਫੀਸ਼ੀਐਂਸੀ ਬਹੁਤ ਜ਼ਿਆਦਾ ਘੱਟ ਗਈ ਅਤੇ ਪ੍ਰੋਡਕਟੀਵਿਟੀ ਕੀ ਹੈ ਗਿਰ ਗਈ ਉਸ ਟਾਈਮ 'ਤੇ ਇਕੋਨਮੀ ਦੀ, ਅਤੇ ਇਕੋਨਮੀ ਨੂੰ ਬਹੁਤ ਜ਼ਿਆਦਾ ਇਫੈਕਟ ਪਿਆ ਕਿਉਂਕਿ ਇਕੋਨਮੀ ਦੀ ਗਰੋਥ ਕੈਪੀਟਲ ਕੀ ਹੈ ਬਹੁਤ ਜ਼ਿਆਦਾ ਡਿਕਲਾਈਨ ਹੋ ਗਈ ਸੀ। ਇਹ ਹੁੰਦੀ ਹੈ ਡੈਪਰੀਸੀਏਟਡ ਇਕੋਨਮੀ। ਨੈਕਸਟ ਆਪਣੀ ਹੈਗੀ ਹੈ ਸਟੈਗਨੈਂਟ ਇਕੋਨਮੀ। ਸਟੈਗਨੈਂਟ ਇਕੋਨਮੀ ਉਹ ਇਕੋਨਮੀ ਹੁੰਦੀ ਹੈ ਜਿਹੜੀ ਕਿ ਨਾ ਤਾਂ ਪੂਰੀ ਤਰੀਕੇ ਨਾਲ ਫਿਊਡਲਿਜ਼ਮ ਹੁੰਦੀ ਹੈ, ਨਾ ਹੀ ਪੂਰੀ ਤਰੀਕੇ ਨਾਲ ਕੈਪੀਟਲਿਸਟ ਹੁੰਦੀ ਹੈ, ਵੀ ਨਾ ਹੀ ਪੂਰੀ ਤਰੀਕੇ ਨਾਲ ਉਹ ਕੈਪੀਟਲਿਜ਼ਮ ਨੂੰ ਸ਼ੋਅ ਕਰਦੀ ਹੈ, ਨਾ ਹੀ ਪੂਰੇ ਤਰੀਕੇ ਨਾਲ ਫਿਊਡਲਿਜ਼ਮ ਨੂੰ ਸ਼ੋਅ ਕਰਦੀ ਹੈ, ਉਹ ਦੋਨੇ ਹੁੰਦੀ ਹੈ, ਮਤਲਬ ਉਹ ਫਿਊਡਲ ਵੀ ਹੁੰਦੀ ਹੈ ਅਤੇ ਉਹ ਕੈਪੀਟਲਿਸਟ ਵੀ ਹੁੰਦੀ ਹੈ। ਹੁਣ ਆਪਾਂ ਦੇਖਦੇ ਹਾਂ ਕਿ ਫਿਊਡਲਿਜ਼ਮ ਅਤੇ ਕੈਪੀਟਲਿਜ਼ਮ ਹੁੰਦਾ ਕੀ ਹੈ। ਫਿਊਡਲਿਜ਼ਮ ਦਾ ਮਤਲਬ ਦੇਖੋ, ਫਿਊਡਲਿਜ਼ਮਸ ਵਿੱਚ ਉਹਨਾਂ ਨੇ ਤਿੰਨ ਪਾਰਟਸ ਨੂੰ ਫਿਊਡਲਿਜ਼ਮਸ 'ਚ ਕੀ ਹੈ ਉਸ ਟਾਈਮ 'ਤੇ ਤਿੰਨ ਸਿਸਟਮ ਚਲਾਈ ਸੀ, ਜ਼ਮੀਨਦਾਰ ਸਿਸਟਮ, ਜ਼ਿਮੀਦਾਰ ਸਿਸਟਮ ਕਹਿ ਦਿੰਦੇ ਉਹਨੂੰ ਆਪਾਂ, ਰਿਅਤਵਾੜੀ ਅਤੇ ਮਹਿਲਵਾੜੀ। ਜ਼ਿਮੀਦਾਰ ਸਿਸਟਮ ਵਿੱਚ ਕੀ ਹੈ ਕਿ ਜਿਹੜੇ ਲੈਂਡ ਦੇ ਮੇਨ ਓਨਰਸ ਹੁੰਦੇ ਸੀ, ਜ਼ਿਮੀਦਾਰਸ ਹੁੰਦੇ ਸੀ, ਉਹ ਕੀ ਹੈ ਜਿਹੜੇ ਟੈਨੈਂਟ ਕਲਟੀਵੇਟਰਸ, ਟੈਨੈਂਟਸ ਹੁੰਦੇ ਸੀ, ਠੀਕ ਹੈ, ਜਿਹੜੇ ਖੇਤੀ ਕਰਦੇ ਸੀ ਉਹਨਾਂ ਨੂੰ ਕੀ ਆਪਣੀ ਜ਼ਮੀਨ ਕੀ ਹੈ ਦੇ ਦਿੰਦੇ ਸੀ ਖੇਤੀ ਕਰਨ ਲਈ, ਅਤੇ ਉਹਨਾਂ ਤੋਂ ਕੀ ਹੈ ਜਿਹੜੀ ਜ਼ਮੀਨ ਦਾ ਜਿਹੜਾ ਟੈਕਸ ਹੈ ਉਹ ਬਹੁਤ ਹਾਈ ਰੇਟ 'ਤੇ ਵਸੂਲਦੇ ਸੀ, ਠੀਕ ਹੈ, ਉਹਨਾਂ ਤੋਂ ਟੈਕਸ ਲੈਂਦੇ ਸੀ ਕਿਉਂਕਿ ਐਕਚੁਅਲ 'ਚ ਜ਼ਮੀਨ ਕਿਹਨਾਂ ਦੀ ਹੁੰਦੀ ਸੀ, ਜ਼ਿਮੀਦਾਰਾਂ ਦੀ ਹੁੰਦੀ ਸੀ। ਨੈਕਸਟ ਹੈ ਰਿਅਤਵਾੜੀ ਸਿਸਟਮ। ਰਿਅਤਵਾੜੀ ਸਿਸਟਮ ਵੀ ਸੇਮ ਹੁੰਦਾ ਸੀ, ਵੀ ਉਹ ਜਿਹੜੇ ਪੀਜ਼ੈਂਟਸ ਹੁੰਦੇ ਆ, ਪੀਜ਼ੈਂਟਸ ਨੂੰ ਜਿਹੜੇ ਐਕਚੁਅਲ 'ਚ ਖੇਤੀ ਕਰਦੇ ਆ, ਠੀਕ ਹੈ, ਉਹਨਾਂ ਤੋਂ ਕੀ ਕਰਦੇ ਆ ਉਹ ਲੈਂਡ, ਪੀਜ਼ੈਂਟਸ ਉਹਨਾਂ ਤੋਂ ਲੈ ਲੈਂਦੇ ਆ ਜਿਹੜੇ ਮੇਨ ਓਨਰ ਹੁੰਦੇ ਆ, ਜਿਹਦੇ ਬਦਲੇ ਉਹਨਾਂ ਨੂੰ ਕੀ ਹੈ ਟੈਕਸ ਪੇ ਕਰਨਾ ਪੈਂਦਾ ਹੈ। ਨੈਕਸਟ ਕੀ ਹੈ ਮਹਿਲਵਾੜੀ ਸਿਸਟਮ। ਇਹਦੇ ਵਿੱਚ ਕੀ ਸੀ, ਹਰੇਕ ਕੀ ਹੈ ਜਿਹੜਾ ਖੇਤ ਹੁੰਦਾ ਸੀ ਉਹਨੂੰ ਮਹਿਲ ਵਿੱਚ ਡਿਵਾਈਡ ਕਰਤਾ ਸੀ, ਅਤੇ ਹਰੇਕ ਮਹਿਲ ਵਿੱਚ ਕੀ ਕਰਤਾ ਸੀ ਜਿਹੜਾ ਬੰਦਾ ਖੇਤੀ ਕਰੂਗਾ ਉਹਨੂੰ ਉਹਦਾ ਓਨਰ ਇਕਰਾਰ ਕਰ ਦਿੱਤਾ ਗਿਆ ਸੀ। ਪਰ ਕੀ ਹੈ ਇਹਦੇ ਵਿੱਚ ਕੀ ਹੁੰਦਾ ਸੀ, ਜਿਹੜੀ ਪੰਚਾਇਤ ਹੁੰਦੀ ਸੀ ਉਹਦੀ ਡਿਊਟੀ ਲਾ ਦਿੱਤੀ ਜਾਂਦੀ ਸੀ ਕਿ ਉਹ ਲੈਂਡ ਦਾ ਟੈਕਸ ਇਕੱਠਾ ਕਰਨਗੇ। ਤਾਂ ਉਸ ਸਮੇਂ 'ਤੇ ਫਿਊਡਲਿਜ਼ਮ ਵਿੱਚ ਤਿੰਨ ਸਿਸਟਮ ਚੱਲੇ ਸੀ, ਜ਼ਿਮੀਦਾਰ ਸਿਸਟਮ, ਰਿਅਤਵਾੜੀ ਅਤੇ ਮਹਿਲਵਾੜੀ ਸਿਸਟਮ, ਜਿਨ੍ਹਾਂ ਵਿੱਚ ਕੀ ਹੈ ਟੈਕਸ ਕਲੈਕਟ ਕੀਤਾ ਜਾਂਦਾ ਸੀ ਕਲਟੀਵੇਟਰਸ ਤੋਂ।
ਨੈਕਸਟ ਕੀ ਹੈ ਕੈਪੀਟਲਿਜ਼ਮ। ਕੈਪੀਟਲਿਜ਼ਮ ਦੇ ਵਿੱਚ ਕੀ ਹੈ ਕਿ ਉਸ ਸਮੇਂ ਕੈਪੀਟਲ ਦੀ ਯੂਜ਼ ਹੋਣੀ ਸ਼ੁਰੂ ਹੋ ਗਈ ਸੀ। ਇਹਦੇ ਵਿੱਚ ਦੋ ਤਰੀਕੇ ਦੀ ਆਉਂਦੀ ਹੈ, ਕੈਪੀਟਲਿਸਟ ਐਗਰੀਕਲਚਰ ਤੇ ਕੈਪੀਟਲਿਸਟ ਇੰਡਸਟਰੀ। ਕੈਪੀਟਲਿਸਟ ਐਗਰੀਕਲਚਰ ਵਿੱਚ ਕੀ ਹੈ ਵੀ ਉਸ ਸਮੇਂ ਜਿਹੜੀ ਐਗਰੀਕਲਚਰ ਆ ਉਹ ਵੀ ਕੈਪੀਟਲਿਸਟ ਹੋ ਗਈ ਸੀ, ਕਿਉਂਕਿ ਉਸ ਟਾਈਮ ਤੇ ਟੀ, ਰਬੜ, ਕੌਫੀ ਇਹਦਾ ਵੀ ਕੀ ਹੈ ਇਹਨੂੰ ਕੈਪੀਟਲਿਸਟ ਹੋ ਗਈ ਸੀ, ਯਾਨੀ ਇਹਦੀ ਪ੍ਰੋਡਕਸ਼ਨ ਤੇ ਇਹਦੀ ਸੇਲ ਕਰਨੀ ਉਹਨਾਂ ਲੋਕਾਂ ਨੇ ਵੀ ਸਟਾਰਟ ਕਰਤੀ ਸੀ। ਠੀਕ ਹੈ, ਤੇ ਇਹ ਸੈਕਟਰ ਵਿੱਚ ਠੀਕ ਹੈ ਜ਼ਿਆਦਾ ਤੋਂ ਜ਼ਿਆਦਾ ਕੀ ਹੈ ਲੋਕ ਲੱਗ ਚੁੱਕੇ ਸੀ ਅਤੇ ਜ਼ਿਆਦਾ ਤੋਂ ਜ਼ਿਆਦਾ ਉਹ ਟੀ, ਰਬੜ, ਕੌਫੀ ਇਹੋ ਜਿਹੀ ਚੀਜ਼ਾਂ ਦੀ ਪ੍ਰੋਡਕਸ਼ਨ ਉਹ ਕਰਨ ਲੱਗ ਗਏ ਸੀ ਅਤੇ ਉਹਨਾਂ ਨੇ ਇਹ ਚੀਜ਼ਾਂ ਨੂੰ ਵੇਚਣਾ ਵੀ ਸਟਾਰਟ ਕਰਤਾ ਸੀ ਤਾਂ ਕਿ ਉਹ ਕੀ ਐਗਰੀਕਲਚਰ ਦੀ ਜ਼ਿਆਦਾ ਤੋਂ ਜ਼ਿਆਦਾ ਡਿਵੈਲਪਮੈਂਟ ਕਰ ਸਕਣ। ਕੈਪੀਟਲਿਸਟ ਇੰਡਸਟਰੀ ਵੀ ਕੈਪੀਟਲਿਸਟ ਹੋ ਚੁੱਕੀਆਂ ਸੀ, ਕਿਉਂਕਿ ਫੋਰਨਰਸ ਨੇ ਆਪਣੀ ਜਿਹੜੀ ਇਨਵੈਸਟਮੈਂਟ ਹੈ ਉਹ ਕਰਨੀ ਆਪਣੀ ਇੰਡਸਟਰੀ ਵਿੱਚ ਸ਼ੁਰੂ ਕਰਤੀ ਸੀ। ਠੀਕ ਹੈ, ਅਤੇ ਆਪਣੇ ਜਿਹੜੇ ਇੰਡਸਟਰੀਜ਼ ਆ ਉਹਦੇ ਵਿੱਚ ਆਪਾਂ ਜਿਹੜੇ ਕਰਾਫਟਮੈਨਸ ਆ ਜਾਂ ਵਧੀਆ ਵਧੀਆ ਲੋਕ ਨੇ, ਆਰਟਸਮੈਨਸ ਨੇ, ਕਿਸੇ ਵੀ ਸੈਕਟਰ ਵਿੱਚ ਕਰਾਫਟਮੈਨ ਹੋ ਗਏ ਜਾਂ ਵਧੀਆ ਵਧੀਆ ਐਕਸਪੀਰੀਅੰਸ ਵਾਲੇ ਲੋਕ ਹੋ ਗਏ, ਆਪਾਂ ਉਹ ਵੀ ਲਗਾਉਣੇ ਸਟਾਰਟ ਕਰਤੇ ਸੀ ਅਤੇ ਫੋਰਨ ਤੋਂ ਆਪਾਂ ਐਕਸਪੋਰਟ ਕਰਨੇ ਵੀ ਸ਼ੁਰੂ ਕਰਤੇ ਸੀ। ਆਪਾਂ ਜਿਹੜਾ ਸਮਾਨ ਬਣਦਾ ਸੀ ਇੰਡਸਟਰੀਜ਼ ਵਗੈਰਾ 'ਚ ਉਹ ਐਕਸਪੋਰਟ ਕਰਨਾ ਵੀ ਸ਼ੁਰੂ ਕਰਤਾ ਸੀ। ਨੈਕਸਟ ਪੁਆਇੰਟ ਹੈ ਡਿਸਇੰਟੀਗ੍ਰੇਟਡ ਇਕੋਨਮੀ। ਡਿਸਇੰਟੀਗ੍ਰੇਟਡ ਇਕੋਨਮੀ ਕਿਹੜੀ ਇਕੋਨਮੀ ਹੁੰਦੀ ਹੈ ਜਿਹਦੇ ਵਿੱਚ ਪਾਰਟੀਸ਼ਨ ਕਰ ਦਿੱਤੀ ਜਾਂਦੀ ਹੈ। ਠੀਕ ਹੈ, ਉਹ ਪਾਰਟੀਸ਼ਨ ਵਾਲੀ ਇਕੋਨਮੀ ਵੀ ਕਹਿ ਦਿੰਦੇ ਇਹਨੂੰ। ਠੀਕ ਹੈ, 1947 ਵਿੱਚ ਇੰਡੀਆ ਅਤੇ ਪਾਕਿਸਤਾਨ ਦੀ ਪਾਰਟੀਸ਼ਨ ਹੋ ਗਈ ਸੀ, ਜਿਸ ਕਰਕੇ ਉਹਨੂੰ ਡਿਸਇੰਟੀਗ੍ਰੇਟਡ ਇਕੋਨਮੀ ਕਹਿੰਦੇ ਸੀ। ਉਦੋਂ ਇਹਦੇ ਫੋਲੋਇੰਗ ਫੀਚਰਸ ਬਾਹਰ ਆਏ ਸੀ। ਤਾਂ ਲੋ ਪਰ ਕੈਪੀਟਾ ਲੈਂਡ, ਆਪਾਂ ਨੂੰ ਲੈਂਡ ਜਦੋਂ ਪਾਰਟੀਸ਼ਨ ਹੋਈ ਆਪਣੀ ਪਾਕਿਸਤਾਨ ਨਾਲ ਤਾਂ ਆਪਣਾ ਜਿਹੜਾ ਲੈਂਡ ਆਪਾਂ ਨੂੰ ਬਹੁਤ ਘੱਟ ਮਿਲਿਆ ਸੀ। ਠੀਕ ਹੈ, ਆਪਾਂ ਨੂੰ ਕੀ ਹੈ 82% ਪੋਪੂਲੇਸ਼ਨ ਨੂੰ ਸਿਰਫ 77% ਲੈਂਡ ਉਸ ਟਾਈਮ 'ਤੇ ਦਿੱਤਾ ਗਿਆ ਸੀ। ਡਿਸਐਡਵਾਂਟੇਜ ਟੂ ਐਗਰੀਕਲਚਰ ਨੂੰ ਬਹੁਤ ਜ਼ਿਆਦਾ ਡਿਸਐਡਵਾਂਟੇਜ ਮਿਲੀ, ਕਿਉਂਕਿ ਉਸ ਟਾਈਮ 'ਤੇ ਸੇਮ ਉਹੀ ਗੱਲ, ਜਿੰਨੀ ਪੋਪੂਲੇਸ਼ਨ ਸੀ ਉਨਾ ਫੂਡ ਗ੍ਰੇਨ ਏਰੀਆਜ਼ ਪੈਦਾ ਕਰਨ ਵਾਲੇ ਨਹੀਂ ਸੀ। ਠੀਕ ਹੈ, ਜਿਵੇਂ ਆਪਾਂ ਕਹਿ ਦਈਏ ਫੂਡ ਗ੍ਰੇਨ ਜਿਵੇਂ ਰਾਈਸ ਵਗੈਰਾ ਉਗਾਉਣ ਵਾਲੇ ਸਿਰਫ 68% ਏਰੀਆ ਦਿੱਤੇ ਗਏ ਸੀ, 19% ਕੋਟਨ ਜੂਟ ਦੇ ਏਰੀਆ ਉਗਾਉਣ ਲਈ ਦਿੱਤੇ ਗਏ ਸੀ 82% ਪੋਪੂਲੇਸ਼ਨ ਨੂੰ। ਜਿੰਨੇ ਚਾਹੀਦੇ ਸੀ ਉਨੇ ਏਰੀਆ ਨਹੀਂ ਮਿਲੇ, ਜਿਸ ਕਰਕੇ ਪ੍ਰੋਡਕਸ਼ਨ ਕੀ ਹੈ ਡਿਮਾਂਡ ਤੋਂ ਘੱਟ ਹੋਣੀ ਸਟਾਰਟ ਹੋ ਗਈ ਸੀ। ਅਤੇ ਦੂਸਰਾ ਕੀ ਉਹਨਾਂ ਨੂੰ ਇਰੀਗੇਸ਼ਨ ਫੈਸਿਲਿਟੀਜ਼ ਆਪਾਂ ਨੂੰ ਪ੍ਰੋਪਰ ਨਹੀਂ ਮਿਲੀਆਂ ਸੀ। ਠੀਕ ਹੈ, ਪਾਕਿਸਤਾਨ ਨੂੰ ਜਿਵੇਂ ਆਪਾਂ ਕਹਿ ਲਈਏ ਕਿ 42% ਇਰੀਗੇਸ਼ਨ ਫੈਸਿਲਿਟੀ ਉਸ ਟਾਈਮ 'ਤੇ ਮਿਲ ਚੁੱਕੀਆਂ ਸੀ, ਪਰ ਆਪਾਂ ਨੂੰ ਮੇਜਰ ਜਾਂ 90% ਇਰੀਗੇਸ਼ਨ ਫੈਸਿਲਿਟੀਜ਼ ਪ੍ਰੋਵਾਈਡ ਹੋਈਆਂ ਸੀ ਉਸ ਟਾਈਮ 'ਤੇ। ਇੰਡਸਟਰੀਜ਼ ਨੂੰ ਵੀ ਬਹੁਤ ਜ਼ਿਆਦਾ ਧੱਕਾ ਲੱਗਿਆ ਸੀ ਉਸ ਟਾਈਮ 'ਤੇ, ਕਿਉਂਕਿ ਜਿੰਨੀਆਂ ਵੀ ਇੰਡਸਟਰੀਜ਼ ਸੀ ਉਹ ਸਾਰੀਆਂ ਇੱਧਰ ਰਹਿ ਗਈਆਂ ਸੀ ਅਤੇ ਇੰਡਸਟਰੀਜ਼ ਵਿੱਚ ਯਾਨੀ ਉਹਨਾਂ ਦੀ ਮਿਲਜ਼ ਸਾਰੀਆਂ ਇੱਧਰ ਰਹਿ ਗਈਆਂ ਸੀ। ਬਾਕੀ ਸਾਰੇ ਜਿਹੜੇ ਇੰਡਸਟਰੀਜ਼ ਵਿੱਚ ਕੰਮ ਕਰਨ ਵਾਲੇ ਵੱਡੇ ਵੱਡੇ ਆਰਟਸ ਜਿਵੇਂ ਕਰਾਫਟਮੈਨ ਹੋ ਗਏ, ਠੀਕ ਹੈ, ਜਾਂ ਫਿਰ ਐਕਸਪੀਰੀਅੰਸ ਪਰਸਨ ਹੋ ਗਏ ਜਾਂ ਜਿੰਨੇ ਵੀ ਇੰਪਲੋਈਜ਼ ਹੋ ਗਏ, ਉਹ ਸਾਰੇ ਜਿਹੜੇ ਐਕਸਪੀਰੀਅੰਸ ਵਾਲੇ ਸੀ ਜਾਂ ਜਿਨ੍ਹਾਂ ਕੋਲ ਬਹੁਤ ਜ਼ਿਆਦਾ ਟੈਲੈਂਟ ਸੀ ਉਹ ਸਾਰੇ ਕਿੱਧਰ ਸ਼ਿਫਟ ਹੋ ਗਏ, ਉਹ ਸਾਰੇ ਪਾਕਿਸਤਾਨ ਦੀ ਇੰਡਸਟਰੀਜ਼ ਕਰਨੀ ਸ਼ਿਫਟ ਹੋ ਗਏ, ਜਿਸ ਕਰਕੇ ਆਪਣੀ ਜਿਹੜੀ ਇੰਡਸਟਰੀ ਸੀ ਉਹਨਾਂ ਦੀ ਪ੍ਰੋਡਕਟੀਵਿਟੀ ਕੀ ਹੈ ਬਹੁਤ ਜ਼ਿਆਦਾ ਕੀ ਹੈ ਡਿਕਰੀਜ਼ ਹੋ ਗਈ ਅਤੇ ਆਪਾਂ ਨੂੰ ਬਾਹਰੋਂ ਸਮਾਨ ਕੀ ਕਰਨਾ ਪਿਆ, ਇੰਪੋਰਟ ਕਰਨਾ ਪਿਆ। ਫੋਰਨ ਟ੍ਰੇਡ, ਜਿਹੜੀਆਂ ਕੋਮੋਡਿਟੀਜ਼ ਦੀ ਆਪਾਂ ਕੀ ਹੈ ਬਾਹਰੋਂ ਇੰਪੋਰਟ, ਮਤਲਬ ਜਿਹੜੇ ਕੋਮੋਡਿਟੀਜ਼ ਫੂਡ ਗ੍ਰੇਨ ਆਈਟਮਸ ਹੋ ਗਈਆਂ ਜਿਵੇਂ ਟੀ, ਕੌਫੀ, ਰਬੜ, ਕਾਟਨ, ਜੂਟ, ਠੀਕ ਹੈ, ਉਹਨਾਂ ਨੂੰ ਜਿਨ੍ਹਾਂ ਨੂੰ ਆਪਾਂ ਕੀ ਕਰਦੇ ਸੀ ਐਕਸਪੋਰਟ ਕਰਦੇ ਸੀ। ਆਫਟਰ ਪਾਰਟੀਸ਼ਨ ਕੀ ਹੈ ਆਪਾਂ ਨੂੰ ਕੀ ਉਹੀ ਸਾਰੀਆਂ ਚੀਜ਼ਾਂ ਕੀ ਇੰਪੋਰਟ ਕਰਨੀਆਂ ਪਈਆਂ, ਕਿਉਂਕਿ ਇੰਡਸਟਰੀਜ਼ ਵਿੱਚ ਆਪਣਾ ਬਹੁਤ ਵੱਡਾ ਲਾਸ ਹੋਇਆ। ਇਹ ਸੀ ਆਪਣਾ ਕੀ ਹੈ ਕੈਟੇਗਰਾਈਜੇਸ਼ਨ ਆਫ ਇੰਡੀਅਨ ਇਕੋਨਮੀ। ਠੀਕ ਹੈ, ਆਪਾਂ ਨੇ ਜਿਹਦੇ ਵਿੱਚ ਫਸਟ ਟੌਪਿਕ ਕਲੀਅਰ ਕਰ ਲਿਆ। ਠੀਕ ਹੈ, ਸੈਕਿੰਡ ਟੌਪਿਕ ਜਿਹੜੇ ਬਾਕੀ ਰਹਿ ਗਏ ਆਪਾਂ ਅਗਲੀ ਵੀਡੀਓ 'ਚ ਕਰਾਂਗੇ। ਆਈ ਹੋਪ ਸੋ ਕਿ ਤੁਹਾਨੂੰ ਆਹ ਵਾਲਾ ਪਾਰਟ ਸਮਝ ਆ ਗਿਆ ਹੋਗਾ। ਪਲੀਜ਼ ਲਾਈਕ, ਸ਼ੇਅਰ, ਕਮੈਂਟ ਐਂਡ ਸਬਸਕ੍ਰਾਈਬ ਮਾਈ ਚੈਨਲ। ਥੈਂਕ ਯੂ ਸੋ ਮਚ। ਨੈਕਸਟ ਪੁਆਇੰਟ ਹੈ ਡਿਸਇੰਟੀਗ੍ਰੇਟਡ ਇਕੋਨਮੀ। ਡਿਸਇੰਟੀਗ੍ਰੇਟਡ ਇਕੋਨਮੀ ਕਿਹੜੀ ਇਕੋਨਮੀ ਹੁੰਦੀ ਹੈ ਜਿਹਦੇ ਵਿੱਚ ਪਾਰਟੀਸ਼ਨ ਕਰ ਦਿੱਤੀ ਜਾਂਦੀ ਹੈ। ਠੀਕ ਹੈ, ਉਹ ਪਾਰਟੀਸ਼ਨ ਵਾਲੀ ਇਕੋਨਮੀ ਵੀ ਕਹਿ ਦਿੰਦੇ ਇਹਨੂੰ। ਠੀਕ ਹੈ, 1947 ਵਿੱਚ ਇੰਡੀਆ ਅਤੇ ਪਾਕਿਸਤਾਨ ਦੀ ਪਾਰਟੀਸ਼ਨ ਹੋ ਗਈ ਸੀ, ਜਿਸ ਕਰਕੇ ਉਹਨੂੰ ਡਿਸਇੰਟੀਗ੍ਰੇਟਡ ਇਕੋਨਮੀ ਕਹਿੰਦੇ ਸੀ। ਉਦੋਂ ਇਹਦੇ ਫੋਲੋਇੰਗ ਫੀਚਰਸ ਬਾਹਰ ਆਏ ਸੀ। ਤਾਂ ਲੋ ਪਰ ਕੈਪੀਟਾ ਲੈਂਡ, ਆਪਾਂ ਨੂੰ ਲੈਂਡ ਜਦੋਂ ਪਾਰਟੀਸ਼ਨ ਹੋਈ ਆਪਣੀ ਪਾਕਿਸਤਾਨ ਨਾਲ ਤਾਂ ਆਪਣਾ ਜਿਹੜਾ ਲੈਂਡ ਆਪਾਂ ਨੂੰ ਬਹੁਤ ਘੱਟ ਮਿਲਿਆ ਸੀ। ਠੀਕ ਹੈ, ਆਪਾਂ ਨੂੰ ਕੀ ਹੈ 82% ਪੋਪੂਲੇਸ਼ਨ ਨੂੰ ਸਿਰਫ 77% ਲੈਂਡ ਉਸ ਟਾਈਮ 'ਤੇ ਦਿੱਤਾ ਗਿਆ ਸੀ। ਡਿਸਐਡਵਾਂਟੇਜ ਟੂ ਐਗਰੀਕਲਚਰ ਨੂੰ ਬਹੁਤ ਜ਼ਿਆਦਾ ਡਿਸਐਡਵਾਂਟੇਜ ਮਿਲੀ, ਕਿਉਂਕਿ ਉਸ ਟਾਈਮ 'ਤੇ ਸੇਮ ਉਹੀ ਗੱਲ, ਜਿੰਨੀ ਪੋਪੂਲੇਸ਼ਨ ਸੀ ਉਨਾ ਫੂਡ ਗ੍ਰੇਨ ਏਰੀਆਜ਼ ਪੈਦਾ ਕਰਨ ਵਾਲੇ ਨਹੀਂ ਸੀ। ਠੀਕ ਹੈ, ਜਿਵੇਂ ਆਪਾਂ ਕਹਿ ਦਈਏ ਫੂਡ ਗ੍ਰੇਨ ਜਿਵੇਂ ਰਾਈਸ ਵਗੈਰਾ ਉਗਾਉਣ ਵਾਲੇ ਸਿਰਫ 68% ਏਰੀਆ ਦਿੱਤੇ ਗਏ ਸੀ, 19% ਕੋਟਨ ਜੂਟ ਦੇ ਏਰੀਆ ਉਗਾਉਣ ਲਈ ਦਿੱਤੇ ਗਏ ਸੀ 82% ਪੋਪੂਲੇਸ਼ਨ ਨੂੰ। ਜਿੰਨੇ ਚਾਹੀਦੇ ਸੀ ਉਨੇ ਏਰੀਆ ਨਹੀਂ ਮਿਲੇ, ਜਿਸ ਕਰਕੇ ਪ੍ਰੋਡਕਸ਼ਨ ਕੀ ਹੈ ਡਿਮਾਂਡ ਤੋਂ ਘੱਟ ਹੋਣੀ ਸਟਾਰਟ ਹੋ ਗਈ ਸੀ। ਅਤੇ ਦੂਸਰਾ ਕੀ ਉਹਨਾਂ ਨੂੰ ਇਰੀਗੇਸ਼ਨ ਫੈਸਿਲਿਟੀਜ਼ ਆਪਾਂ ਨੂੰ ਪ੍ਰੋਪਰ ਨਹੀਂ ਮਿਲੀਆਂ ਸੀ। ਠੀਕ ਹੈ, ਪਾਕਿਸਤਾਨ ਨੂੰ ਜਿਵੇਂ ਆਪਾਂ ਕਹਿ ਲਈਏ ਕਿ 42% ਇਰੀਗੇਸ਼ਨ ਫੈਸਿਲਿਟੀ ਉਸ ਟਾਈਮ 'ਤੇ ਮਿਲ ਚੁੱਕੀਆਂ ਸੀ, ਪਰ ਆਪਾਂ ਨੂੰ ਮੇਜਰ ਜਾਂ 90% ਇਰੀਗੇਸ਼ਨ ਫੈਸਿਲਿਟੀਜ਼ ਪ੍ਰੋਵਾਈਡ ਹੋਈਆਂ ਸੀ ਉਸ ਟਾਈਮ 'ਤੇ।
ਇੰਡਸਟਰੀਜ਼ ਨੂੰ ਵੀ ਬਹੁਤ ਜ਼ਿਆਦਾ ਧੱਕਾ ਲੱਗਿਆ ਸੀ ਉਸ ਟਾਈਮ 'ਤੇ, ਕਿਉਂਕਿ ਜਿੰਨੀਆਂ ਵੀ ਇੰਡਸਟਰੀਜ਼ ਸੀ ਉਹ ਸਾਰੀਆਂ ਇੱਧਰ ਰਹਿ ਗਈਆਂ ਸੀ, ਅਤੇ ਇੰਡਸਟਰੀਜ਼ ਵਿੱਚ ਯਾਨੀ ਉਹਨਾਂ ਦੀ ਮਿਲਜ਼ ਸਾਰੀਆਂ ਇੱਧਰ ਰਹਿ ਗਈਆਂ ਸੀ। ਬਾਕੀ ਸਾਰੇ ਜਿਹੜੇ ਇੰਡਸਟਰੀਜ਼ ਵਿੱਚ ਕੰਮ ਕਰਨ ਵਾਲੇ ਵੱਡੇ ਵੱਡੇ ਆਰਟਸ ਜਿਵੇਂ ਕਰਾਫਟਮੈਨ ਹੋ ਗਏ, ਠੀਕ ਹੈ, ਜਾਂ ਫਿਰ ਐਕਸਪੀਰੀਅੰਸ ਪਰਸਨ ਹੋ ਗਏ, ਜਾਂ ਜਿੰਨੇ ਵੀ ਇੰਪਲੋਇਜ਼ ਹੋ ਗਏ, ਉਹ ਸਾਰੇ ਜਿਹੜੇ ਐਕਸਪੀਰੀਅੰਸ ਵਾਲੇ ਸੀ ਜਾਂ ਜਿਨ੍ਹਾਂ ਕੋਲ ਬਹੁਤ ਜ਼ਿਆਦਾ ਟੈਲੈਂਟ ਸੀ, ਉਹ ਸਾਰੇ ਕਿੱਧਰ ਸ਼ਿਫਟ ਹੋ ਗਏ, ਉਹ ਸਾਰੇ ਪਾਕਿਸਤਾਨ ਦੀ ਇੰਡਸਟਰੀਜ਼ ਕਰਨੀ ਸ਼ਿਫਟ ਹੋ ਗਏ, ਜਿਸ ਕਰਕੇ ਆਪਣੀ ਜਿਹੜੀ ਇੰਡਸਟਰੀ ਸੀ ਉਹਨਾਂ ਦੀ ਪ੍ਰੋਡਕਟੀਵਿਟੀ ਕੀ ਹੈ ਬਹੁਤ ਜ਼ਿਆਦਾ ਕੀ ਡਿਕਰੀਜ਼ ਹੋ ਗਈ, ਅਤੇ ਆਪਾਂ ਨੂੰ ਬਾਹਰੋਂ ਸਮਾਨ ਕੀ ਕਰਨਾ ਪਿਆ, ਇੰਪੋਰਟ ਕਰਨਾ ਪਿਆ। ਫੋਰਨ ਟ੍ਰੇਡ ਜਿਹੜੀਆਂ ਕੋਮੋਡਿਟੀਜ਼ ਦੀ ਆਪਾਂ ਕੀ ਹੈ ਬਾਹਰੋਂ ਇੰਪੋਰਟ, ਮਤਲਬ ਜਿਹੜੇ ਕੋਮੋਡਿਟੀਜ਼ ਫੂਡ ਗ੍ਰੇਨ ਆਈਟਮਸ ਹੋ ਗਈਆਂ ਜਿਵੇਂ ਟੀ, ਕਾਫੀ, ਰਬੜ, ਕਾਟਨ, ਜੂਟ, ਠੀਕ ਹੈ, ਉਹਨਾਂ ਨੂੰ ਜਿਨ੍ਹਾਂ ਨੂੰ ਆਪਾਂ ਕੀ ਕਰਦੇ ਸੀ ਐਕਸਪੋਰਟ ਕਰਦੇ ਸੀ, ਆਫਟਰ ਪਾਰਟੀਸ਼ਨ ਕੀ ਆ ਆਪਾਂ ਨੂੰ ਕੀ ਉਹੀ ਸਾਰੀਆਂ ਚੀਜ਼ਾਂ ਕੀ ਇੰਪੋਰਟ ਕਰਨੀਆਂ ਪਈਆਂ, ਕਿਉਂਕਿ ਇੰਡਸਟਰੀਜ਼ ਵਿੱਚ ਆਪਣਾ ਬਹੁਤ ਵੱਡਾ ਲਾਸ ਹੋਇਆ। ਇਹ ਸੀ ਆਪਣਾ ਕੀ ਹੈ ਕੈਟੇਗਰਾਈਜੇਸ਼ਨ ਆਫ ਇੰਡੀਅਨ ਇਕੋਨਮੀ, ਠੀਕ ਹੈ, ਆਪਾਂ ਨੇ ਜਿਹਦੇ ਵਿੱਚ ਫਸਟ ਟੌਪਿਕ ਕਲੀਅਰ ਕਰ ਲਿਆ, ਠੀਕ ਹੈ। ਸੈਕਿੰਡ ਟੌਪਿਕ ਜਿਹੜੇ ਬਾਕੀ ਰਹਿ ਗਏ ਆਪਾਂ ਅਗਲੀ ਵੀਡੀਓ 'ਚ ਕਰਾਂਗੇ। ਆਈ ਹੋਪ ਸੋ ਕਿ ਤੁਹਾਨੂੰ ਆਹ ਵਾਲਾ ਪਾਰਟ ਸਮਝ ਆ ਗਿਆ ਹੋਊਗਾ। ਪਲੀਜ਼ ਲਾਈਕ, ਸ਼ੇਅਰ, ਕਮੈਂਟ ਐਂਡ ਸਬਸਕ੍ਰਾਈਬ ਮਾਈ ਚੈਨਲ। ਥੈਂਕ ਯੂ ਸੋ ਮਚ।